ਹੈਲੋ एवरीवन ਵੈਲਕਮ ਟੂ ਪੰਜਾਬ ਆਈਕਿਊ। ਪੰਜਾਬ ਆਈਕਿਊ ਦੀ ਇਸ ਸਪੈਸ਼ਲ ਵੀਡੀਓ ਦੇ ਵਿੱਚ ਅੱਜ ਆਪਾਂ ਡਿਸਕਸ ਕਰਾਂਗੇ ਪੰਜਾਬ ਜ਼ਿਲ੍ਹੇਦਾਰ ਪਟਵਾਰੀ ਕ੍ਰੈਸ਼ ਕੋਰਸ ਦਾ ਸੈੱਟ ਨੰਬਰ 2, ਜਿਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ 20 ਮੋਸਟ ਐਕਸਪੈਕਟਡ ਕੁਐਸਚਨਸ ਜੀਕੇ ਦੇ। ਇਸ ਤੋਂ ਪਹਿਲਾਂ ਸੈੱਟ ਨੰਬਰ 1 ਅਪਲੋਡ ਕੀਤਾ ਗਿਆ ਸੀ। ਅਗਰ ਤੁਹਾਨੇ ਸੈੱਟ ਨੰਬਰ 1 ਨਹੀਂ ਦੇਖਿਆ ਤਾਂ ਤੁਸੀਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਚੈੱਕ ਕਰਕੇ ਉਸ ਸੈੱਟ ਨੰਬਰ 1 ਨੂੰ ਵੀ ਦੇਖ ਸਕਦੇ ਹੋ। ਇਹ ਸੈੱਟ ਨੰबर 2 मैं ਤੁਹਾਡੇ ਤੱਕ ਲੈ ਕੇ ਆ ਰਿਹਾ। ਮੇਰਾ ਨਾਮ ਹੈ ਮੋਹਿਤ ਗਰਗਾ। ਸੋ ਆਪਾਂ ਇਸ ਵੀਡੀਓ ਨੂੰ ਸਟਾਰਟ ਕਰਦੇ ਹਾਂ ਬਿਨਾਂ ਕੋਈ ਟਾਈਮ ਵੇਸਟ ਕੀਤੇ। ਸਭ ਤੋਂ ਪਹਿਲਾ ਕੁਐਸਚਨ ਆਪਣੇ ਕੋਲ, ਵੈਨ ਵਾਜ਼ ਦਾ ਸੈਂਟਰਲ ਆਰਮਡ ਸਿਕਿਉਰਿਟੀ ਫੋਰਸ ਫਾਊਂਡਡ, ਯਾਨੀ ਇਨ ਸ਼ੋਰਟ ਬੋਲਦੇ ਨੇ ਜਿਸ ਨੂੰ CISF, ਇਹ ਕਦੋਂ ਫਾਊਂਡ ਹੋਈ ਸੀ। ਤੁਹਾਡੇ ਆਪਸ਼ਨ 10 ਮਾਰਚ 1969, 10 ਮਾਰਚ 1979, 10 ਮਾਰਚ 1999 ਜਾਂ ਫਿਰ 10 ਮਾਰਚ 1999। ਜੋ CISF ਹੈ ਇਹ ਬਣੀ ਸੀ 10 ਮਾਰਚ 1969 ਈਸਵੀ ਨੂੰ। ਇਸ ਕੁਐਸਚਨ ਦਾ ਰਾਈਟ ਆਂਸਰ ਆਪਣੇ ਕੋਲ ਇਹ ਆਪਸ਼ਨ 10 ਮਾਰਚ 1969 ਈਸਵੀ। ਇਸ ਤੋਂ ਇਲਾਵਾ ਸੈਕੰਡ ਕੁਐਸਚਨ ਕੀ ਬਣ ਸਕਦਾ ਹੈ, ਇਸ ਦੇ ਰੀਸੈਂਟਲੀ ਇੱਕ ਚੀਫ ਬਣੇ ਨੇ, ਯਾਨੀ ਚੀਫ ਬਣੇ ਨੇ CISF ਦੇ। ਉਹਨਾਂ ਦਾ ਨਾਮ ਵੀ ਕਾਫੀ ਇੰਪੋਰਟੈਂਟ ਹੈ, ਉਹ ਵੀ ਤੁਸੀਂ ਯਾਦ ਰੱਖੋ। ਇਹਨਾਂ ਦਾ ਨਾਮ ਹੈ ਸੁਬੋਧ ਕੁਮਾਰ ਜਾਇਸਵਾਲ। ਸੁਬੋਧ ਕੁਮਾਰ ਜਾਇਸਵਾਲ ਇਹ ਰੀਸੈਂਟਲੀ ਚੇਅਰਮੈਨ ਬਣੇ ਨੇ CISF ਦੇ। ਔਰ ਹਰ ਸਾਲ CISF ਰੇਜ਼ਿੰਗ ਡੇ ਮਨਾਇਆ ਜਾਂਦਾ ਹੈ 10 ਮਾਰਚ ਨੂੰ ਇੰਡੀਆ ਦੇ ਵਿੱਚ। CISF ਰੇਜ਼ਿੰਗ ਡੇ ਕਦੋਂ ਮਨਾਇਆ ਜਾਂਦਾ ਹੈ? 10 ਮਾਰਚ ਨੂੰ। ਇਹ ਵੀ ਤੁਸੀਂ ਯਾਦ ਰੱਖੋ। ਸੈਕਿੰਡ ਨੰਬਰ ਕੁਐਸਚਨ ਹੈ ਆਪਣੇ ਕੋਲ, ਵੈਨ ਵਾਜ਼ SBI ਸਟੇਟ ਬੈਂਕ ਆਫ ਇੰਡੀਆ ਫਾਊਂਡਡ। ਸਟੇਟ ਬੈਂਕ ਆਫ ਇੰਡੀਆ ਦਾ ਜਿਹੜਾ ਹੈੱਡਕੁਆਟਰ ਕਿੱਥੇ ਹੈ? ਮੁੰਬਈ ਦੇ ਵਿੱਚ। ਆਪਾਂ ਨੂੰ ਪੁੱਛਿਆ ਗਿਆ ਸਟੇਟ ਬੈਂਕ ਆਫ ਇੰਡੀਆ ਜਿਹੜਾ ਇਹ ਕਦੋਂ ਫਾਊਂਡ ਹੋਇਆ ਸੀ। ਤੁਹਾਡੇ ਆਪਸ਼ਨ 11 ਮਾਰਚ 1909, 27 ਅਪ੍ਰੈਲ 1916, 27 ਜਨਵਰੀ 1921 ਜਾਂ ਫਿਰ 18 ਮਈ 1927। ਇਸ ਕੁਐਸਚਨ ਦਾ ਰਾਈਟ ਆਂਸਰ ਆਪਣੇ ਕੋਲ ਸੀ ਆਪਸ਼ਨ 27 ਜਨਵਰੀ 1921 ਨੂੰ ਸਟੇਟ ਬੈਂਕ ਆਫ ਬਣਿਆ ਸੀ, ਜਿਸ ਦਾ ਜਿਹੜਾ ਪੁਰਾਣਾ ਨਾਮ ਸੀ ਉਹ ਸੀ ਇੰਪੀਰੀਅਲ ਬੈਂਕ ਆਫ ਇੰਡੀਆ। ਇਹ ਵੀ ਕਾਫੀ ਪੁੱਛਦੇ ਨੇ ਐਗਜ਼ਾਮ ਦੇ ਵਿੱਚ, ਇੰਪੀਰੀਅਲ ਬੈਂਕ ਆਫ ਇੰਡੀਆ ਇਹ ਪੁਰਾਣਾ ਨਾਮ ਸੀ ਸਟੇਟ ਬੈਂਕ ਆਫ ਇੰਡੀਆ ਦਾ। ਔਰ ਇਸ ਸਟੇਟ ਬੈਂਕ ਆਫ ਇੰਡੀਆ ਨੂੰ ਨੈਸ਼ਨਲਾਈਜ਼ ਕਦੋਂ ਕੀਤਾ ਗਿਆ ਸੀ? ਉਹ ਕੀਤਾ ਗਿਆ ਸੀ 1 ਜੁਲਾਈ 1955 ਨੂੰ। 1 ਜੁਲਾਈ 1955 ਨੂੰ ਇਸ ਨੂੰ ਫਾਈਨਲੀ ਸਟੇਟ ਬੈਂਕ ਆਫ ਇੰਡੀਆ ਦਾ ਦਰਜਾ ਦਿੱਤਾ ਗਿਆ ਸੀ 1 ਜੁਲਾਈ 1955 ਨੂੰ। ਇਹ ਵੀ ਕਾਫੀ ਪੁੱਛਦੇ ਨੇ ਐਗਜ਼ਾਮ ਦੇ ਵਿੱਚ, ਇਹ ਵੀ ਤੁਸੀਂ ਯਾਦ ਰੱਖਣਾ ਹੈ। ਇਸ ਤੋਂ ਇਲਾਵਾ ਸੈਕੰਡ ਕੁਐਸਚਨ ਕੀ ਬਣ ਸਕਦਾ ਇੱਥੋਂ ਕਿ ਸਟੇਟ ਬੈਂਕ ਆਫ ਇੰਡੀਆ ਦੇ ਜਿਹੜੇ ਚੇਅਰਮੈਨ ਬਣੇ ਨੇ, ਕੌਣ ਬਣੇ ਨੇ? ਇਹਨਾਂ ਦਾ ਨਾਮ ਹੈ ਦਿਨੇਸ਼ ਕੁਮਾਰ ਖਾਰਾ। ਦਿਨੇਸ਼ ਕੁਮਾਰ ਖਾਰਾ ਇਹ ਚੇਅਰਮੈਨ ਬਣੇ ਨੇ ਰੀਸੈਂਟਲੀ ਐਜ਼ ਦਾ ਨਿਊ ਚੇਅਰਮੈਨ ਆਫ ਸਟੇਟ ਬੈਂਕ ਆਫ ਇੰਡੀਆ। ਇਹ ਵੀ ਤੁਸੀਂ ਯਾਦ ਰੱਖਣਾ ਹੈ। ਨੈਕਸਟ ਕੁਐਸਚਨ ਹੈ ਆਪਣੇ ਕੋਲ ਥਰਡ ਨੰਬਰ ਕੁਐਸਚਨ, 3 ਨੰਬਰ ਕੁਐਸਚਨ, ਕਾਜ਼ੀਰੰਗਾ ਨੈਸ਼ਨਲ ਪਾਰਕ ਆਫ ਅਸਾਮ ਇਜ਼ ਨੋਨ ਫॉर ਵਿਚ ਆਫ ਦਾ ਫੋਲੋਇੰਗ। ਜਿਹੜਾ ਨੈਸ਼ਨਲ ਪਾਰਕ ਹੈ ਕਾਜ਼ੀਰੰਗਾ ਇਹ ਅਸਾਮ ਦੇ ਵਿੱਚ ਲੋਕੇਟਡ ਹੈ। ਸਭ ਤੋਂ ਪਹਿਲਾਂ ਤੁਸੀਂ ਇਹ ਯਾਦ ਰੱਖੋ, ਆਪਾਂ ਨੂੰ ਪੁੱਛਿਆ ਗਿਆ ਹੈ ਇਹ ਕਾਜ਼ੀਰੰਗਾ ਨੈਸ਼ਨਲ ਪਾਰਕ ਅਸਾਮ ਦੇ ਵਿੱਚ ਲੋਕੇਟਡ ਹੈ, ਇਹ ਕਿਸ ਜਾਨਵਰ ਦੇ ਲਈ ਜਾਣਿਆ ਜਾਂਦਾ ਹੈ? ਤੁਹਾਡੇ ਆਪਸ਼ਨ ਨੇ ਐਲੀਫੈਂਟ, 1 ਹੌਰਨ ਰਾਈਨੋਜ਼ ਯਾਨੀ ਇੱਕ ਸਿੰਗ ਵਾਲਾ ਗੈਂਡਾ, ਲਾਇਨ ਜਾਂ ਫਿਰ ਟਾਈਗਰ। ਦਿੱਤੇ ਗਏ 4 ਆਪਸ਼ਨਾਂ ਦੇ ਵਿੱਚੋਂ ਜੋ ਬੈਸਟ ਆਪਸ਼ਨ ਆਪਾਂ ਨੂੰ ਦੇ ਰੱਖਿਆ ਹੈ ਉਹ ਦੇ ਰੱਖਿਆ ਆਪਾਂ ਨੂੰ B ਆਪਸ਼ਨ। 1 ਹੌਰਨ ਰਾਈਨੋਜ਼ ਦੇ ਲਈ ਜਾਣਿਆ ਜਾਂਦਾ ਹੈ, ਜੋ ਆਪਣੇ ਕੋਲ ਕਾਜ਼ੀਰੰਗਾ ਨੈਸ਼ਨਲ ਪਾਰਕ ਹੈ ਜੋ ਕਿ ਲੋਕੇਟਡ ਹੈ ਅਸਾਮ ਦੇ ਵਿੱਚ। ਇਸ ਕੁਐਸਚਨ ਦਾ ਰਾਈਟ ਆਂਸਰ ਆਪਣੇ ਕੋਲ B ਆਪਸ਼ਨ 1 ਹੌਰਨ ਰਾਈਨੋਜ਼। ਇਸ ਤੋਂ ਇਲਾਵਾ ਅਸਾਮ ਦੀ ਜਿਹੜੀ ਰਾਜਧਾਨੀ ਹੈ ਉਹ ਹੈ ਦਿਸਪੁਰ। ਔਰ ਜਿਹੜੇ CM ਨੇ, ਚੀਫ ਮਿਨਿਸਟਰ ਨੇ ਸਰਵਨੰਦਾ ਸੋਨੋਵਾਲ। ਸਰਵਨੰਦਾ ਸੋਨੋਵਾਲ ਇਹ ਯਾਦ ਰੱਖੋ। ਔਰ ਗਵਰਨਰ ਨੇ ਜਗਦੀਸ਼ ਮੁਖੀ। ਜਗਦੀਸ਼ ਮੁਖੀ ਇਹ ਵੀ ਯਾਦ ਰੱਖੋ, ਗਵਰਨਰ ਨੇ ਅਸਾਮ ਸਟੇਟ ਦੇ। ਨੈਕਸਟ ਕੁਐਸਚਨ ਆਪਣੇ ਕੋਲ ਫੋਰਥ ਨੰਬਰ ਕੁਐਸਚਨ, ਵਿਚ ਸਟੇਟ ਸੈਪਰੇਟਸ ਟੂ ਸਪੇਨ ਐਂਡ ਮੋਰੋਕੋ। ਯਾਨੀ ਸਪੇਨ ਔਰ ਮੋਰੋਕੋ ਨੂੰ ਕਿਹੜੀ ਸਟੇਟ ਹੈ, ਕਿਹੜਾ ਪਾਣੀ ਦਾ ਜਿਹੜਾ ਰਸਤਾ ਹੈ ਜੋ ਕਿ ਇਹਨਾਂ ਨੂੰ ਸੈਪਰੇਟ ਕਰਦਾ ਹੈ, ਅਲੱਗ-ਅਲੱਗ ਕਰਦਾ ਹੈ? ਤੁਹਾਡੇ ਆਪਸ਼ਨ ਨੇ ਸਟ੍ਰੇਟ ਆਫ ਜਿਬਰਾਲਟਰ, ਮਲੱਕਾ ਸਟ੍ਰੇਟ, ਸੁੰਦਾ ਸਟ੍ਰੇਟ ਜਾਂ ਫਿਰ ਪਾਕ ਸਟ੍ਰੇਟ। ਦਿੱਤੇ ਗਏ 4 ਆਪਸ਼ਨਾਂ ਦੇ ਵਿੱਚੋਂ ਜੋ ਆਪਾਂ ਨੂੰ ਸਹੀ ਆਪਸ਼ਨ ਦੇ ਰੱਖਿਆ ਹੈ ਉਹ ਦੇ ਰੱਖਿਆ ਆਪਾਂ ਨੂੰ ਸਟ੍ਰੇਟ ਆਫ ਜਿਬਰਾਲਟਰ। ਸਟ੍ਰੇਟ ਆਫ ਜਿਬਰਾਲਟਰ ਜੋ ਹੈ ਇਹ ਸਪੇਨ ਔਰ ਮੋਰੋਕੋ ਦੋਨਾਂ ਦੇਸ਼ਾਂ ਨੂੰ ਅਲੱਗ-ਅਲੱਗ ਕਰਦਾ ਹੈ। ਇਸ ਕੁਐਸਚਨ ਦਾ ਰਾਈਟ ਆਂਸਰ ਆਪਣੇ ਕੋਲ ਇਹ ਆਪਸ਼ਨ ਸਟ੍ਰੇਟ ਆਫ ਜਿਬਰਾਲਟਰ। ਇਸ ਤੋਂ ਇਲਾਵਾ ਤੁਸੀਂ ਇਹ ਵੀ ਯਾਦ ਰੱਖੋ, ਜੋ ਮਲੱਕਾ ਸਟ੍ਰੇਟ ਹੈ ਇਹ ਜੁਆਇਨ ਕਰਦਾ ਹੈ, ਯਾਨੀ ਜੋ ਮਲੱਕਾ ਸਟ੍ਰੇਟ ਹੈ ਆਪਣੇ ਕੋਲ ਇਹ ਜੁਆਇਨ ਕਰਦਾ ਹੈ ਅੰਡੇਮਾਨ ਸੀ ਨੂੰ। ਜੋ ਆਪਣੇ ਕੋਲ ਮਲੱਕਾ ਸਟੇਟ ਹੈ ਇਹ ਵੀ ਕਾਫੀ ਪੁੱਛਦੇ ਨੇ ਐਗਜ਼ਾਮ ਦੇ ਵਿੱਚ, ਅੰਡੇਮਾਨ ਸੀ ਨੂੰ ਸਾਊਥ ਚਾਈਨਾ ਸੀ ਦੇ ਨਾਲ ਕਨੈਕਟ ਕਰਦਾ ਹੈ। ਸਾਊਥ ਚਾਈਨਾ ਸੀ ਜੋ ਹੈ ਇਸ ਦੇ ਨਾਲ ਕਨੈਕਟ ਕੀਤਾ ਜਾਂਦਾ ਹੈ, ਜੁਆਇਨ ਕੀਤਾ ਜਾਂਦਾ ਹੈ ਮਲੱਕਾ ਸਟੇਟ ਨੂੰ। ਮਲੱਕਾ ਸਟੇਟ ਦੇ ਦੁਆਰਾ ਕਿਹੜਾ ਸੀ ਹੈ? ਇੱਕ ਤਾਂ ਅੰਡੇਮਾਨ ਸੀ ਹੈ ਔਰ ਉਸ ਨੂੰ ਕਨੈਕਟ ਕੀਤਾ ਜਾਂਦਾ ਹੈ ਸਾਊਥ ਚਾਈਨਾ ਸੀ ਦੇ ਨਾਲ। ਉਸ ਤੋਂ ਬਾਅਦ ਨੈਕਸਟ ਆਪਣੇ ਕੋਲ ਸੁੰਦਾ ਸਟੇਟ। ਸੁੰਦਾ ਸਟੇਟ ਹੈ ਜਿਹੜਾ ਇਹ ਜੁਆਇਨ ਕਰਦਾ ਹੈ, ਯਾਨੀ ਸੁੰਦਾ ਸਟੇਟ ਜਿਹੜਾ ਰਸਤਾ ਹੈ ਇਹ ਜੁਆਇਨ ਕਰਦਾ ਹੈ ਜਾਵਾ ਸੀ ਨੂੰ ਇੰਡੀਅਨ ਓਸ਼ਨ ਦੇ ਨਾਲ। ਜਾਵਾ ਸੀ ਐਂਡ ਇੰਡੀਅਨ ਓਸ਼ਨ
ਇੰਡੀਅਨ ਓਸ਼ਨ ਔਰ ਜਾਵਾ ਸੀਨ ਦੇ ਨੂੰ ਕਨੈਕਟ ਕੀਤਾ ਜਾਂਦਾ ਹੈ ਇਸ ਸੁੰਦਾ ਸਟ੍ਰੇਟ ਦੇ ਦੁਆਰਾ। ਔਰ ਆਪਣੇ ਕੋਲ ਜੋ ਪਾਕ ਸਟੇਟ ਹੈ ਇਹ ਕਨੈਕਟ ਕਰਦੀ ਹੈ ਵੇ ਆਫ ਬੰਗਾਲ ਦੇ ਨਾਲ। ਵੇ ਨੂੰ ਕਨੈਕਟ ਕਰਦੀ ਹੈ ਪਾਕ ਜਿਹੜਾ ਰਸਤਾ ਹੈ, ਯਾਨੀ ਪਾਕ ਹੈ ਜਿਹੜਾ ਵੇ, ਇਸ ਨੂੰ ਬੇ ਆਫ ਬੰਗਾਲ ਦੇ ਨਾਲ ਕਨੈਕਟ ਕੀਤਾ ਜਾਂਦਾ ਹੈ ਪਾਕ ਸਟੇਟ ਦੇ ਦੁਆਰਾ, ਬੇ ਆਫ ਬੰਗਾਲ ਦੇ ਨਾਲ। ਇਹ ਸਾਰੇ ਯਾਦ ਰੱਖੋ, ਇੰਪੋਰਟੈਂਟ ਨੇ। ਨੈਕਸਟ ਕੁਐਸਚਨ ਆਪਣੇ ਕੋਲ 5th ਨੰਬਰ ਕੁਐਸਚਨ, ਅਨਟੱਚੇਬਲ ਐਂਡ ਕੁਲੀ ਬੁੱਕ ਰਿਟਨ ਬਾਏ। ਇੱਕ ਬੁੱਕ ਹੈ ਜਿਸ ਦਾ ਨਾਮ ਹੈ ਅਨਟੱਚੇਬਲ ਐਂਡ ਕੁਲੀ। ਇਸ ਬੁੱਕ ਨੂੰ ਲਿਖਿਆ ਕਿਸ ਨੇ ਹੈ? ਤੁਹਾਡੇ ਆਪਸ਼ਨ ਹੈ ਸੁਨੀਤਾ ਬੈਨਰਜੀ, ਮੁਲਕ ਰਾਜ ਆਨੰਦ, ਅਨੀਤਾ ਦੇਸਾਈ ਜਾਂ ਫਿਰ ਸਰੋਜਨੀ ਨਾਇਡੂ। ਦਿੱਤੇ ਗਏ 4 ਆਪਸ਼ਨਾਂ ਦੇ ਵਿੱਚੋਂ ਜੋ ਸਹੀ ਉੱਤਰ ਹੈ ਆਪਣਾ ਉਹ ਹੈ ਬੀ ਆਪਸ਼ਨ, ਮੁਲਕ ਰਾਜ ਆਨੰਦ। ਮੁਲਕ ਰਾਜ ਆਨੰਦ ਦੇ ਦੁਆਰਾ ਇੱਕ ਬੁੱਕ ਲਿਖੀ ਗਈ, ਕਿਤਾਬ ਲਿਖੀ ਗਈ ਹੈ ਜਿਸ ਦਾ ਨਾਮ ਹੈ ਅਨਟੱਚੇਬਲ ਐਂਡ ਕੁਲੀ। ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਣੇ ਕੋਲ ਬੀ ਆਪਸ਼ਨ, ਮੁਲਕ ਰਾਜ ਆਨੰਦ। ਨੈਕਸਟ ਕੁਐਸਚਨ ਆਪਣੇ ਕੋਲ 6 ਨੰਬਰ ਕੁਐਸਚਨ, 6th ਨੰਬਰ ਕੁਐਸਚਨ, ਵਟ ਇਜ਼ ਦ ਨੇਮ ਆਫ ਵਰਲਡਸ ਸਮੋਲੈਸਟ ਸਪੇਸਕ੍ਰਾਫਟ ਲਾਂਚਡ ਬਾਏ ਇੰਡੀਅਨ ਰੌਕੇਟ ਸਿਸਟਮ। ਇੰਡੀਅਨ ਰੌਕੇਟ ਸਿਸਟਮ ਦੇ ਦੁਆਰਾ ਵਿਸ਼ਵ ਦਾ ਸਭ ਤੋਂ ਛੋਟਾ ਸਪੇਸਕ੍ਰਾਫਟ ਲਾਂਚ ਕੀਤਾ ਗਿਆ, ਇਸ ਦਾ ਨਾਮ ਕੀ ਹੈ? ਤੁਹਾਡੇ ਆਪਸ਼ਨ ਹੈ ਸਪਰਾਈਟਸ, ਐਸਟ੍ਰੋਸੈਟ, ਸਰਲ ਜਾਂ ਫਿਰ ਮਾਈਕਰੋਸੈਟ। ਦਿੱਤੇ ਗਏ 4 ਆਪਸ਼ਨਾਂ ਦੇ ਵਿੱਚੋਂ ਜੋ ਸਹੀ ਉੱਤਰ ਦਿੱਤਾ ਗਿਆ ਆਪਾਂ ਨੂੰ ਉਹ ਦਿੱਤਾ ਗਿਆ ਆਪਾਂ ਨੂੰ ਸਪਰਾਈਟਸ। ਸਪਰਾਈਟਸ ਜੋ ਹੈ ਇਹ ਹੈ ਵਿਸ਼ਵ ਦਾ ਸਭ ਤੋਂ ਛੋਟਾ ਸਪੇਸਕ੍ਰਾਫਟ ਜੋ ਇੰਡੀਅਨ ਰੌਕੇਟ ਸਿਸਟਮ ਦੇ ਦੁਆਰਾ ਲਾਂਚ ਕੀਤਾ ਗਿਆ, ਇਸਰੋ ਦੇ ਦੁਆਰਾ, ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਦੇ ਦੁਆਰਾ। ਇਸ ਦੀ ਇੱਕ PSLV ਯੂਨਿਟ ਹੈ ਜਿਸ ਦੇ ਦੁਆਰਾ ਇਸ ਨੂੰ ਲਾਂਚ ਕੀਤਾ ਗਿਆ ਸੀ। ਇਸ ਦਾ ਰਾਈਟ ਆਨਸਰ ਹੈ ਆਪਣੇ ਕੋਲ ਇਹ ਆਪਸ਼ਨ ਸਪਰਾਈਟਸ। ਔਰ PSLV ਸਟੈਂਡ ਕਰਦਾ ਹੈ ਪੋਲਰ ਸੈਟੇਲਾਈਟ ਲਾਂਚ ਵਹੀਕਲ। ਪੋਲਰ ਸੈਟੇਲਾਈਟ ਲਾਂਚ ਵਹੀਕਲ ਕਿੱਥੋਂ ਲਾਂਚ ਕੀਤਾ ਗਿਆ ਸੀ ਇਸ ਸਪੇਸਕ੍ਰਾਫਟ ਨੂੰ, ਉਹ ਵੀ ਪੁੱਛਿਆ ਜਾ ਸਕਦਾ ਹੈ। ਇਹ ਹੈ ਸ਼੍ਰੀ ਹਰੀਕੋਟਾ ਆਂਧਰਾ ਪ੍ਰਦੇਸ਼। ਸ਼੍ਰੀ ਹਰੀਕੋਟਾ ਆਂਧਰਾ ਪ੍ਰਦੇਸ਼ ਜੋ ਕਿ ਨੈਲੋਰ ਜ਼ਿਲ੍ਹੇ ਦੇ ਵਿੱਚ ਆਉਂਦਾ ਹੈ, ਨੈਲੋਰ ਡਿਸਟ੍ਰਿਕਟ, ਇਹ ਵੀ ਯਾਦ ਰੱਖੋ। ਇਸ ਤੋਂ ਇਲਾਵਾ ਇਸਰੋ ਦਾ ਜਿਹੜਾ ਹੈੱਡਕੁਆਟਰ ਕਿੱਥੇ ਹੈ? ਬੈਂਗਲੁਰੂ ਦੇ ਵਿੱਚ। ਕਰਨਾਟਕਾ ਦੀ ਰਾਜਧਾਨੀ ਹੈ ਬੈਂਗਲੁਰੂ। ਔਰ ਇਸ ਦੇ ਜਿਹੜੇ ਚੇਅਰਮੈਨ ਨੇ ਉਹ ਨੇ ਡਾਕਟਰ ਕੇ ਸਿਵਨ। ਨੈਕਸਟ ਕੁਐਸਚਨ ਆਪਣੇ ਕੋਲ 7th ਨੰਬਰ ਕੁਐਸਚਨ, ਵਰਲਡ ਬੈਂਬੂ ਡੇ ਹੈ ਜਿਹੜਾ ਇਹ ਹਰ ਸਾਲ ਕਿਸ ਡੇਟ ਨੂੰ ਮਨਾਇਆ ਜਾਂਦਾ ਹੈ? ਤੁਹਾਡੇ ਆਪਸ਼ਨ ਹੈ 11 ਜਨਵਰੀ, 16 ਮਾਰਚ, 18 ਸਤੰਬਰ ਜਾਂ ਫਿਰ 21 ਦਸੰਬਰ। ਵਰਲਡ ਬੈਂਬੂ ਡੇ ਹੈ ਜਿਹੜਾ ਇਹ ਹਰ ਸਾਲ 18 ਸਤੰਬਰ ਨੂੰ ਮਨਾਇਆ ਜਾਂਦਾ ਹੈ। ਇਸ ਕੁਐਸਚਨ ਦਾ ਰਾਈਟ ਆਨਸਰ ਆਪਣੇ ਕੋਲ ਸੀ ਆਪਸ਼ਨ 18 ਸਤੰਬਰ। ਨੈਕਸਟ ਕੁਐਸਚਨ ਆਪਣੇ ਕੋਲ 8th ਨੰਬਰ ਕੁਐਸਚਨ, ਵਿਚ ਆਫ ਦਾ ਫੋਲੋਇੰਗ ਕੰਟਰੀ ਹੈਜ਼ ਮੋਰ ਦੈਨ 1 ਟਾਈਮ ਜ਼ੋਨ। ਯਾਨੀ ਕਿਹੜਾ ਦੇਸ਼ ਹੈ ਦਿੱਤੇ ਗਏ 4 ਆਪਸ਼ਨਾਂ ਦੇ ਵਿੱਚੋਂ ਚਾਈਨਾ, USA, ਇੰਡੀਆ ਜਾਂ ਫਿਰ ਅਰਜਨਟੀਨਾ, ਜਿਸ ਦੇ ਕੋਲ ਇੱਕ ਤੋਂ ਜ਼ਿਆਦਾ ਟਾਈਮ ਜ਼ੋਨਸ ਹੈ। ਦਿੱਤੇ ਗਏ 4 ਆਪਸ਼ਨਾਂ ਦੇ ਵਿੱਚੋਂ ਜੋ ਰਾਈਟ ਆਨਸਰ ਦੇ ਰੱਖਿਆ ਆਪਾਂ ਨੂੰ ਉਹ ਦਿੱਤਾ ਗਿਆ ਹੈ ਬੀ ਆਪਸ਼ਨ USA ਜੋ ਹੈ ਇਸ ਦੇ ਕੋਲ ਮੋਰ ਦੈਨ 1 ਟਾਈਮ ਜ਼ੋਨ ਨੇ। ਇਸ ਕੋਲ USA ਔਰ ਰਸ਼ੀਆ ਕੋਲ, USA ਇੱਕ ਦੇਸ਼ ਹੈ ਰਸ਼ੀਆ, ਇਹਨਾਂ ਦੋਨਾਂ ਦੇਸ਼ਾਂ ਕੋਲ 11 ਟਾਈਮ ਜ਼ੋਨਸ ਨੇ। ਯਾਨੀ ਦੋਨਾਂ ਕੋਲ 11 USA ਕੋਲ ਨੇ ਔਰ 11 ਹੀ ਰਸ਼ੀਆ ਕੋਲ ਨੇ। ਇਹ 11 ਟਾਈਮ ਜ਼ੋਨਸ ਨੇ USA ਔਰ ਰਸ਼ੀਆ ਕੋਲ। ਇਹ ਕਾਫੀ ਫ੍ਰੀਕੁਐਂਟਲੀ ਐਗਜ਼ਾਮ ਦੇ ਵਿੱਚ ਪੁੱਛਦੇ ਨੇ, ਸੋ ਯਾਦ ਰੱਖਣਾ ਹੈ। ਇਸ ਤੋਂ ਇਲਾਵਾ ਅਗਰ ਪੁੱਛਿਆ ਜਾਏ ਸਭ ਤੋਂ ਜ਼ਿਆਦਾ ਕਿਸ ਦੇਸ਼ ਦੇ ਵਿੱਚ ਨੇ ਟਾਈਮ ਜ਼ੋਨਸ ਦਾ, ਤਾਂ ਉਸ ਦਾ ਆਨਸਰ ਹੋਏਗਾ ਆਪਣੇ ਕੋਲ ਫਰਾਂਸ ਦੇ ਵਿੱਚ ਟੋਟਲ 12 ਟਾਈਮ ਜ਼ੋਨਸ ਨੇ। ਇਹ ਵੀ ਕਾਫੀ ਪੁੱਛਦੇ ਨੇ ਐਗਜ਼ਾਮ ਦੇ ਵਿੱਚ ਕਿ ਕਿਸ ਦੇਸ਼ ਕੋਲ ਸਭ ਤੋਂ ਜ਼ਿਆਦਾ ਟਾਈਮ ਜ਼ੋਨਸ ਨੇ, ਉਸ ਦਾ ਆਨਸਰ ਹੋਏਗਾ ਫਰਾਂਸ। ਇਸ ਕੋਲ ਟੋਟਲ 12 ਟਾਈਮ ਜ਼ੋਨਸ ਨੇ। ਇਹ ਕਾਫੀ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਚੁੱਕਿਆ ਹੈ। ਇਸ ਤੋਂ ਇਲਾਵਾ ਅਗਰ ਪੁੱਛਿਆ ਜਾਵੇ ਇੰਡੀਆ ਦੇ ਵਿੱਚ ਕਿੰਨੀਆਂ ਟਾਈਮ ਜ਼ੋਨਸ ਨੇ, ਉਸ ਦਾ ਆਨਸਰ ਹੋਏਗਾ 1। ਇੰਡੀਆ ਦੇ ਵਿੱਚ ਓਨਲੀ 1 ਟਾਈਮ ਜ਼ੋਨ ਹੈ, ਇਹ ਵੀ ਤੁਸੀਂ ਯਾਦ ਰੱਖੋ। ਨੈਕਸਟ ਕੁਐਸਚਨ ਆਪਣੇ ਕੋਲ 9th ਨੰਬਰ ਕੁਐਸਚਨ, ਵਟ ਇਜ਼ ਦਾ ਓਲਡੈਸਟ ਨੇਮ ਆਫ ਈਰਾਨ। ਈਰਾਨ ਜੋ ਹੈ ਇਸ ਦਾ ਸਭ ਤੋਂ ਪੁਰਾਣਾ ਜਿਹੜਾ ਨਾਮ ਸੀ ਉਹ ਕੀ ਸੀ? ਤੁਹਾਡੇ ਆਪਸ਼ਨ ਹੈ ਪਰਸ਼ੀਆ, ਬਰਮਾ, ਡਰੱਕਯੁਲ ਜਾਂ ਫਿਰ ਅਫਗਾਨ। ਦਿੱਤੇ ਗਏ 4 ਆਪਸ਼ਨਾਂ ਦੇ ਵਿੱਚੋਂ ਜੋ ਆਪਾਂ ਨੂੰ ਸਹੀ ਉੱਤਰ ਦਿੱਤਾ ਗਿਆ ਇਸ ਕੁਐਸਚਨ ਦਾ ਉਹ ਦਿੱਤਾ ਗਿਆ ਹੈ ਪਰਸ਼ੀਆ। ਇਸ ਦਾ ਸਭ ਤੋਂ ਪੁਰਾਣਾ ਨਾਮ ਸੀ ਪਰਸ਼ੀਆ, ਈਰਾਨ ਦੇਸ਼ ਦਾ। ਇਸ ਕੁਐਸਚਨ ਦਾ ਰਾਈਟ ਆਨਸਰ ਆਪਣੇ ਕੋਲ ਇਹ ਆਪਸ਼ਨ ਪਰਸ਼ੀਆ। ਇਸ ਤੋਂ ਇਲਾਵਾ ਜੋ ਬਰਮਾ ਹੈ ਆਪਣੇ ਕੋਲ ਇਹ ਪੁਰਾਣਾ ਨਾਮ ਹੈ ਕਿਸ ਦਾ? ਮਿਆਂਮਾਰ ਦਾ। ਮਿਆਂਮਾਰ ਦਾ ਪੁਰਾਣਾ ਨਾਮ ਹੈ ਬਰਮਾ। ਔਰ ਇੱਕ ਆਪਣੇ ਕੋਲ ਹੈ ਡਰੱਕਯੁਲ, ਇਹ ਭੂਟਾਨ ਦਾ ਪੁਰਾਣਾ ਨਾਮ ਹੈ। ਇਹ ਸਾਰੇ ਇੰਪੋਰਟੈਂਟ ਨੇ, ਸਾਰੇ ਯਾਦ ਰੱਖੋ। ਭੂਟਾਨ ਦਾ ਜਿਹੜਾ ਪੁਰਾਣਾ ਨਾਮ ਹੈ ਉਹ ਹੈ ਡਰੱਕਯੁਲ ਔਰ ਮਿਆਂਮਾਰ ਦਾ ਹੈ ਬਰਮਾ। ਔਰ ਜੋ ਅਫਗਾਨ ਹੈ ਇਹ ਪੁਰਾਣਾ ਨਾਮ ਹੈ ਅਫਗਾਨਿਸਤਾਨ ਦਾ, ਅਫਗਾਨਿਸਤਾਨ। ਸਾਰੇ ਇੰਪੋਰਟੈਂਟ ਨੇ, ਸਾਰੇ ਯਾਦ ਰੱਖੋ। ਨੈਕਸਟ ਕੁਐਸਚਨ ਹੈ ਆਪਣੇ ਕੋਲ 10th ਨੰਬਰ ਕੁਐਸਚਨ, ਵਿਚ ਕੰਟਰੀ ਬਿਕੇਮ ਦਾ 190th ਮੈਂਬਰ ਆਫ IMF ਇੰਟਰਨੈਸ਼ਨਲ ਮੋਨੇਟਰੀ ਫੰਡ ਇਨ ਅਕਤੂਬਰ 2020। ਅਕਤੂਬਰ 2020 ਦੇ ਵਿੱਚ 190ਵਾਂ ਦੇਸ਼ ਜਿਹੜਾ ਬਣਿਆ ਸੀ IMF ਦਾ ਮੈਂਬਰ, ਉਹ ਕਿਹੜਾ ਬਣਿਆ ਸੀ? ਇਹ ਕੁਐਸਚਨ ਦੇ ਵਿੱਚ ਆਪਾਂ ਨੂੰ ਪੁੱਛਿਆ ਗਿਆ। ਤੁਹਾਡੇ ਆਪਸ਼ਨ ਹੈ ਅੰਡੋਰਾ, ਟਰਕੀ, ਸਰਬੀਆ ਜਾਂ ਫਿਰ ਨਾਈਜਰ।
ਦਿੱਤੇ ਗਏ 4 ਆਪਸ਼ਨਾਂ ਦੇ ਵਿੱਚੋਂ ਜੋ ਸਹੀ ਉੱਤਰ ਦਿੱਤਾ ਗਿਆ ਆਪਾਂ ਨੂੰ ਉਹ ਦਿੱਤਾ ਗਿਆ ਹੈ ਇਹ ਆਪਸ਼ਨ ਵਿੱਚ ਐਂਡੋਰਾ। ਐਂਡੋਰਾ ਜਿਹੜਾ ਦੇਸ਼ ਹੈ ਇਹ 190ਵਾਂ ਦੇਸ਼ ਬਣਿਆ ਸੀ ਇੰਟਰਨੈਸ਼ਨਲ ਮੋਨੇਟਰੀ ਫੰਡ ਦਾ। ਇਸ ਕੁਐਸਚਨ ਦਾ ਰਾਈਟ ਆਨਸਰ ਆਪਣੇ ਕੋਲ ਇਹ ਆਪਸ਼ਨ ਐਂਡੋਰਾ। ਇਸ ਤੋਂ ਇਲਾਵਾ ਅਗਰ ਪੁੱਛਿਆ ਜਾਵੇ ਇੰਟਰਨੈਸ਼ਨਲ ਮੋਨੇਟਰੀ ਫੰਡ ਦਾ ਹੈੱਡਕੁਆਟਰ ਕਿੱਥੇ ਹੈ ਤਾਂ ਆਪਣਾ ਜਿਹੜਾ ਆਨਸਰ ਬਣ ਜਾਏਗਾ ਉਹ ਕਿਹੜਾ ਬਣ ਜਾਏਗਾ ਵਾਸ਼ਿੰਗਟਨ ਡੀਸੀ। ਵਾਸ਼ਿੰਗਟਨ ਡੀਸੀ ਹੈ ਜਿਹੜਾ ਇਹ ਹੈੱਡਕੁਆਟਰ ਹੈ ਵਰਲਡ ਬੈਂਕ ਦਾ ਵੀ। ਵਰਲਡ ਬੈਂਕ ਔਰ ਇੰਟਰਨੈਸ਼ਨਲ ਮੋਨੇਟਰੀ ਫੰਡ ਦੋਨਾਂ ਦਾ ਹੈੱਡਕੁਆਟਰ ਕਿੱਥੇ ਹੈ ਵਾਸ਼ਿੰਗਟਨ ਡੀਸੀ, ਜੋ ਕਿ ਇੱਕ ਰਾਜਧਾਨੀ ਹੈ USA ਦੀ। USA ਦੀ ਰਾਜਧਾਨੀ ਹੈ ਜੋ ਕਿ ਵਾਸ਼ਿੰਗਟਨ ਡੀਸੀ ਹੈ। ਇਸ ਤੋਂ ਇਲਾਵਾ ਸੈਕਿੰਡ ਕੁਐਸਚਨ ਕੀ ਬਣ ਸਕਦਾ ਹੈ, ਇੰਟਰਨੈਸ਼ਨਲ ਮੋਨੇਟਰੀ ਫੰਡ ਦੇ ਜਿਹੜੇ ਮੈਨੇਜਿੰਗ ਡਾਇਰੈਕਟਰ ਨੇ ਉਹਨਾਂ ਦਾ ਨਾਮ ਕੀ ਹੈ, ਉਹਨਾਂ ਦਾ ਨਾਮ ਹੈ ਕ੍ਰਿਸਟਾਲੀਨਾ ਜਾਰਜੀਵਾ। ਕ੍ਰਿਸਟਾਲੀਨਾ ਜਾਰਜੀਵਾ ਇਹ ਨੇ ਚੀਫ ਆਫ ਇੰਟਰਨੈਸ਼ਨਲ ਮੋਨੇਟਰੀ ਫੰਡ। ਅਗਰ ਪੁੱਛਿਆ ਜਾਏ CEO ਕੌਣ ਨੇ, ਚੀਫ ਐਗਜ਼ੀਕਿਊਟਿਵ ਆਫਿਸਰ, ਉਹਨਾਂ ਦਾ ਨਾਮ ਹੈ ਗੀਤਾ ਗੋਪੀਨਾਥ। ਗੀਤਾ ਗੋਪੀਨਾਥ ਇਹ ਕਰੰਟ ਟਾਈਮ ਦੇ CEO ਨੇ ਇੰਟਰਨੈਸ਼ਨਲ ਮੋਨੇਟਰੀ ਫੰਡ ਦੇ। ਔਰ ਜੋ ਵਰਲਡ ਬੈਂਕ ਹੈ ਆਪਣੇ ਕੋਲ, ਇਸ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਉਹ ਨੇ ਡੇਵਿਡ ਮਲਪਾਸ। ਡੇਵਿਡ ਮਲਪਾਸ ਇਹ ਵੀ ਤੁਸੀਂ ਯਾਦ ਰੱਖੋ। ਨੈਕਸਟ ਕੁਐਸਚਨ ਹੈ ਆਪਣੇ ਕੋਲ 11 ਨੰਬਰ ਕੁਐਸਚਨ। ਫਸਟ ਕੋਟਲ ਮਿਲ ਹੈ ਜਿਹੜੀ ਇੰਡੀਆ ਦੇ ਵਿੱਚ ਐਸਟੈਬਲਿਸ਼ ਕੀਤੀ ਗਈ ਸੀ 1818 ਦੇ ਵਿੱਚ, ਕਿੱਥੇ ਕੀਤੀ ਗਈ ਸੀ? ਦਿੱਤੇ ਗਏ 4 ਆਪਸ਼ਨਾਂ ਦੇ ਵਿੱਚੋਂ ਤੁਹਾਡੇ ਆਪਸ਼ਨ ਹੈ ਕੋਲਕਾਤਾ, ਬੰਬੇ, ਚੇਨਈ ਜਾਂ ਫਿਰ ਜੈਪੁਰ। ਜੋ ਇੰਡੀਆ ਦੀ ਪਹਿਲੀ ਕੋਟਨ ਮਿਲ, ਸਭ ਤੋਂ ਪਹਿਲਾਂ ਆਪਾਂ ਨੂੰ ਇਹੀ ਪੁੱਛਿਆ ਜਾਂਦਾ ਕਦੋਂ ਸੈਟਅਪ ਕੀਤੀ ਗਈ ਸੀ, ਉਸ ਦਾ ਆਨਸਰ ਹੋਏਗਾ 1818। ਆਪਾਂ ਨੂੰ ਪੁੱਛਿਆ ਗਿਆ ਕਿੱਥੇ ਐਸਟੈਬਲਿਸ਼ ਕੀਤੀ ਗਈ ਸੀ, ਇਸ ਦਾ ਜਿਹੜਾ ਸਹੀ ਉੱਤਰ ਹੋਏਗਾ ਉਹ ਹੋਏਗਾ ਇਹ ਆਪਸ਼ਨ ਕੋਲਕਾਤਾ। ਕੋਲਕਾਤਾ ਦੇ ਵਿੱਚ ਇੰਡੀਆ ਦੀ ਪਹਿਲੀ ਕੋਟਨ ਮਿਲ ਲਗਾਈ ਗਈ ਸੀ 1818 ਈਸਵੀ ਦੇ ਵਿੱਚ। ਇਸ ਕੁਐਸਚਨ ਦਾ ਰਾਈਟ ਆਨਸਰ ਆਪਣੇ ਕੋਲ ਇਹ ਆਪਸ਼ਨ ਕੋਲਕਾਤਾ। ਇਸ ਤੋਂ ਇਲਾਵਾ ਤੁਸੀਂ ਇਹ ਵੀ ਯਾਦ ਰੱਖੋ ਜਿਹੜੀ 1818 ਦੇ ਵਿੱਚ ਲਗਾਈ ਗਈ ਸੀ ਇਹ ਇੱਕ ਪ੍ਰੋਜੈਕਟ ਸੀ ਜਿਹੜਾ ਜੋ ਕਿ ਫੇਲੀਅਰ ਰਿਹਾ ਸੀ। ਯਾਨੀ ਇਹ ਪ੍ਰੋਜੈਕਟ ਸੀ ਜਿਹੜਾ ਕੋਟਨ ਮਿਲ ਵਾਲਾ ਪਹਿਲਾਂ ਲਗਾਇਆ ਗਿਆ ਸੀ ਕੋਲਕਾਤਾ ਦੇ ਵਿੱਚ। ਇਹ 1818 ਦੇ ਵਿੱਚ ਜਿਹੜਾ ਪ੍ਰੋਜੈਕਟ ਸੀ ਇਹ ਬੇਸਿਕਲੀ ਫੇਲੀਅਰ ਰਿਹਾ ਸੀ, ਕਮਰਸ਼ੀਅਲ ਫੇਲੀਅਰ ਰਿਹਾ ਸੀ, ਇਸ ਦਾ ਕੋਈ ਫਾਇਦਾ ਨਹੀਂ ਹੋਇਆ ਸੀ। ਇਸ ਤੋਂ ਇਲਾਵਾ ਜੋ ਪਹਿਲੀ ਅਗਰ ਪੁੱਛਿਆ ਜਾਵੇ ਤੁਹਾਡੇ ਤੋਂ ਇਹ ਕੁਐਸਚਨ ਵੀ ਪੁੱਛਿਆ ਜਾ ਸਕਦਾ ਹੈ ਕਿ ਪਹਿਲਾ ਸਕਸੈਸ ਕਿੱਥੇ ਲੱਗਿਆ ਸੀ, ਯਾਨੀ ਪਹਿਲਾ ਸਕਸੈਸ ਕੋਟਨ ਮਿਲ ਹੈ ਜਿਹੜਾ ਕਿੱਥੇ ਲਗਾਇਆ ਗਿਆ ਸੀ? ਪਹਿਲਾ ਸਕਸੈਸਫੁਲ ਕੋਟਨ ਮਿਲ ਲਗਾਇਆ ਗਿਆ ਸੀ ਬੰਬੇ ਦੇ ਵਿੱਚ। ਬੰਬੇ ਦੇ ਵਿੱਚ ਪਹਿਲਾ ਸਕਸੈਸਫੁਲ ਕੋਟਨ ਮਿਲ ਲਗਾਇਆ ਗਿਆ ਸੀ। ਕਦੋਂ ਲਗਾਇਆ ਗਿਆ ਸੀ? 1854 ਈਸਵੀ ਦੇ ਵਿੱਚ। 1854 ਈਸਵੀ ਦੇ ਵਿੱਚ। ਦੋਨੋਂ ਕੁਐਸਚਨ ਯਾਦ ਰੱਖੋ, ਮੋਸਟ ਇੰਪੋਰਟੈਂਟ। ਨੈਕਸਟ ਕੁਐਸਚਨ ਆਪਣੇ ਕੋਲ 12 ਨੰਬਰ ਕੁਐਸਚਨ। ਮਿਜ਼ੋ ਨੈਸ਼ਨਲ ਫਰੰਟ ਫਾਊਂਡਡ ਬਾਏ ਹੋਮ ਇਨ 1961। 1961 ਈਸਵੀ ਦੇ ਵਿੱਚ ਮਿਜ਼ੋ ਨੈਸ਼ਨਲ ਫਰੰਟ ਜਿਹੜੀ ਪਾਰਟੀ ਹੈ ਇਸ ਨੂੰ ਕਿਸ ਦੇ ਦੁਆਰਾ ਫਾਊਂਡ ਕੀਤਾ ਗਿਆ ਸੀ? ਤੁਹਾਡੇ ਆਪਸ਼ਨ ਹੈ PU ਲਾਲਦੇਂਗਾ, PU ਯੋਰਮਥੰਗਾ, PU ਵਿਦਿਆਵਥੀ ਜਾਂ ਫਿਰ ਨਨ ਆਫ ਦੀਜ਼। ਦਿੱਤੇ ਗਏ 4 ਆਪਸ਼ਨਾਂ ਦੇ ਵਿੱਚੋਂ ਜੋ ਮਿਜ਼ੋ ਨੈਸ਼ਨਲ ਫਰੰਟ ਪਾਰਟੀ ਹੈ ਇਸ ਨੂੰ ਫਾਊਂਡ ਕੀਤਾ ਗਿਆ ਸੀ PU ਲਾਲਦੇਂਗਾ ਦੇ ਦੁਆਰਾ। ਇਸ ਕੁਐਸਚਨ ਦਾ ਰਾਈਟ ਆਨਸਰ ਆਪਣੇ ਕੋਲ ਆਪਸ਼ਨ PU ਲਾਲਦੇਂਗਾ ਦੇ ਦੁਆਰਾ ਫਾਊਂਡ ਕੀਤਾ ਗਿਆ ਸੀ ਮਿਜ਼ੋ ਨੈਸ਼ਨਲ ਫਰੰਟ ਪਾਰਟੀ ਨੂੰ, ਜੋ ਕਿ 1961 ਦੇ ਵਿੱਚ ਫਾਊਂਡ ਕੀਤੀ ਗਈ ਸੀ। ਇਸ ਕੁਐਸਚਨ ਦਾ ਰਾਈਟ ਆਨਸਰ ਆਪਣੇ ਕੋਲ ਇਹ ਆਪਸ਼ਨ PU ਲਾਲਦੇਂਗਾ। ਆਈ ਹੋਪ ਤੁਹਾਨੂੰ ਸਾਰਿਆਂ ਨੇ ਇਹ ਕੁਐਸਚਨ ਸਹੀ ਅਟੈਂਪਟ ਕੀਤਾ ਹੋਵੇਗਾ। ਨੈਕਸਟ ਕੁਐਸਚਨ ਆਪਣੇ ਕੋਲ 13 ਨੰਬਰ ਕੁਐਸਚਨ। ਵਿਚ ਆਫ ਦਾ ਫੋਲੋਇੰਗ ਇਜ਼ ਕਾਲਡ ਦਾ ਲੈਂਡ ਆਫ ਵਾਈਟ ਐਲੀਫੈਂਟਸ। ਯਾਨੀ ਕਿਸ ਦੇਸ਼ ਨੂੰ ਕਿਹਾ ਜਾਂਦਾ ਹੈ ਐਜ਼ ਦਾ ਲੈਂਡ ਆਫ ਵਾਈਟ ਐਲੀਫੈਂਟ? ਯਾਨੀ ਮੋਸਟਲੀ ਜਿਹੜੇ ਵਾਈਟ ਐਲੀਫੈਂਟ ਨੇ, ਯਾਨੀ ਵਾਈਟ ਰੰਗ ਦੇ ਜਿਹੜੇ ਹਾਥੀ ਨੇ ਉਹ ਜ਼ਿਆਦਾਤਰ ਇੱਥੇ ਪਾਏ ਜਾਂਦੇ ਨੇ, ਇਸ ਕਰਕੇ ਇਸ ਦੇਸ਼ ਨੂੰ ਕਿਹਾ ਜਾਂਦਾ ਹੈ ਲੈਂਡ ਆਫ ਵਾਈਟ ਐਲੀਫੈਂਟ। ਕਿਸ ਦੇਸ਼ ਨੂੰ ਕਿਹਾ ਜਾਂਦਾ ਹੈ? ਤੁਹਾਡੇ ਆਪਸ਼ਨ ਨੇ ਥਾਈਲੈਂਡ, ਕੈਨੇਡਾ, ਰਸ਼ੀਆ ਜਾਂ ਫਿਰ USA। ਇਹ ਲੈਂਡ ਆਫ ਵਾਈਟ ਐਲੀਫੈਂਟ ਕਿਹਾ ਜਾਂਦਾ ਹੈ ਥਾਈਲੈਂਡ ਦੇਸ਼ ਨੂੰ। ਇਸ ਕੁਐਸਚਨ ਦਾ ਰਾਈਟ ਆਨਸਰ ਆਪਣੇ ਕੋਲ ਆਪਸ਼ਨ ਥਾਈਲੈਂਡ। ਇਸ ਤੋਂ ਇਲਾਵਾ ਅਗਰ ਪੁੱਛਿਆ ਜਾਏ ਵਾਈਟ ਕੋਟਨ, ਯਾਨੀ ਆਪਣੇ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਕੋਟਨ ਹੈ ਉਹ ਕਿੱਥੇ ਹੁੰਦੀ ਹੈ? ਕਪਾਸ ਜਿਹਨੂੰ ਬੋਲਦੇ ਹਾਂ ਆਪਾਂ, ਇਹ ਹੁੰਦੀ ਹੈ ਮਾਨਸਾ ਦੇ ਵਿੱਚ। ਇਸ ਲਈ ਇਹਨੂੰ ਏਰੀਆ ਆਫ ਵਾਈਟ ਗੋਲਡ ਕਿਹਾ ਜਾਂਦਾ ਹੈ। ਏਰੀਆ ਆਫ ਵਾਈਟ ਗੋਲਡ ਇਸ ਕਰਕੇ ਇਹਨੂੰ ਕਿਹਾ ਜਾਂਦਾ ਕਿਉਂਕਿ ਰੂਹ ਦੀ ਖੇਤੀ ਇੱਥੇ ਬਹੁਤ ਜ਼ਿਆਦਾ ਹੁੰਦੀ ਹੈ, ਇਸ ਕਰਕੇ ਏਰੀਆ ਆਫ ਵਾਈਟ ਗੋਲਡ ਇਹਨੂੰ ਕਿਹਾ ਜਾਂਦਾ ਹੈ ਮਾਨਸਾ ਏਰੀਆ ਨੂੰ। ਇਹ ਵੀ ਤੁਸੀਂ ਯਾਦ ਰੱਖੋ। ਨੈਕਸਟ ਕੁਐਸਚਨ ਆਪਣੇ ਕੋਲ 14th ਨੰਬਰ ਕੁਐਸਚਨ, 14 ਨੰਬਰ ਕੁਐਸਚਨ। ਹੂ ਇਜ਼ ਰੈਫਰਡ ਟੂ ਐਜ਼ ਫਰੰਟਾਇਰ ਗਾਂਧੀ? ਕਿਸ ਨੂੰ ਕੰਸੀਡਰ ਕੀਤਾ ਜਾਂਦਾ ਹੈ ਐਜ਼ ਆ ਫਰੰਟਾਇਰ ਗਾਂਧੀ? ਤੁਹਾਡੇ ਆਪਸ਼ਨ ਹੈ ਸ਼ੇਖ ਅਬਦੁੱਲਾ, ਖਾਨ ਅਬਦੁਲ ਗਫਰ ਖਾਨ, ਮਨੀ ਲਾਲ ਗਾਂਧੀ ਜਾਂ ਫਿਰ ਗੋਪਾਲ ਕ੍ਰਿਸ਼ਨ ਗੋਖਲੇ। ਜੋ ਫਰੰਟਾਇਰ ਗਾਂਧੀ ਹੈ ਇਹ ਕੰਸੀਡਰ ਕੀਤਾ ਜਾਂਦਾ ਹੈ ਖਾਨ ਅਬਦੁਲ ਗਫਰ ਖਾਨ ਨੂੰ। ਇਸ ਕੁਐਸਚਨ ਦਾ ਰਾਈਟ ਆਨਸਰ ਆਪਣੇ ਕੋਲ ਵੀ ਆਪਸ਼ਨ ਖਾਨ ਅਬਦੁਲ ਗਫਰ ਖਾਨ। ਨੈਕਸਟ ਕੁਐਸਚਨ ਆਪਣੇ ਕੋਲ 15 ਨੰਬਰ ਕੁਐਸਚਨ। ਦ ਵਰਕਿੰਗ ਕਮੇਟੀ ਆਫ ਨੈਸ਼ਨਲ ਕਾਂਗਰਸ ਸੈਂਕਸ਼ਨ ਦ ਰੈਜ਼ੋਲੂਸ਼ਨ ਨੇਮਡ ਕੁਇਟ ਇੰਡੀਆ ਐਟ। ਯਾਨੀ ਵਰਕਿੰਗ ਕਮੇਟੀ ਸੀ ਜੋ ਨੈਸ਼ਨਲ ਕਾਂਗਰਸ ਸੀ ਜਿਸ ਦੇ ਦੁਆਰਾ ਸੈਂਕਸ਼ਨ ਕੀਤਾ ਗਿਆ ਸੀ ਰੈਜ਼ੋਲੂਸ਼ਨ, ਜਿਸ ਦਾ ਨਾਮ ਸੀ ਕੁਇਟ ਇੰਡੀਆ ਮੂਵਮੈਂਟ। ਇਹ ਜੋ ਮੂਵਮੈਂਟ ਸੀ ਇਹ ਕਿੱਥੇ ਰੈਜ਼ੋਲੂਸ਼ਨ ਜਿਹੜਾ ਪਾਸ ਕੀਤਾ ਗਿਆ ਸੀ, ਸੈਂਕਸ਼ਨ ਕੀਤਾ ਗਿਆ ਸੀ
ਆਪਾਂ ਨੂੰ ਇਹ ਪੁੱਛਿਆ ਗਿਆ। ਤੁਹਾਡੇ ਆਪਸ਼ਨ ਹੈ ਵਾਰਦਾ, ਨਾਗपुਰ, ਦਿੱਲੀ ਜਾਂ ਫਿਰ ਮੁੰਬਈ। ਇਸ ਕੁਐਸਚਨ ਦਾ ਰਾਈਟ ਆਨਸਰ ਆਪਣੇ ਕੋਲ ਹੈ ਆਪਸ਼ਨ ਵਾਰਦਾ। ਜੋ ਵਰਕਿੰਗ ਕਮੇਟੀ ਸੀ ਨੈਸ਼ਨਲ ਕਾਂਗਰਸ ਸੀ, ਇਸ ਦੇ ਦੁਆਰਾ ਸੈਂਕਸ਼ਨ ਕੀਤਾ ਗਿਆ ਸੀ ਰੈਜ਼ੋਲੂਸ਼ਨ ਜਿਸ ਦਾ ਨਾਮ ਸੀ ਕੁਇਟ ਇੰਡੀਆ ਮੂਵਮੈਂਟ ਐਟ ਵਾਰਦਾ। ਇਸ ਕੁਐਸਚਨ ਦਾ ਰਾਈਟ ਆਨਸਰ ਆਪਣੇ ਕੋਲ ਹੈ ਆਪਸ਼ਨ ਵਾਰਦਾ। ਨੈਕਸਟ ਕੁਐਸਚਨ ਆਪਣੇ ਕੋਲ 16 ਨੰਬਰ ਕੁਐਸਚਨ, ਦ ਕੈਮੀਕਲ दैट इज़ यूज्ड टू राइपन मैंगोज इज़ यानी उस ਕੈਮੀਕਲ ਦਾ ਨਾਮ ਕੀ ਹੈ ਜੋ ਕਿ ਅੰਬਾਂ ਨੂੰ ਪਕਾਉਣ ਦੇ ਲਈ ਯੂਜ਼ ਕੀਤਾ ਜਾਂਦਾ ਹੈ। ਟੂ ਰਾਈਪਨ ਮੈਂਗੋਜ਼ ਦੇ ਲਈ ਯੂਜ਼ ਕੀਤਾ ਜਾਂਦਾ ਹੈ। ਤੁਹਾਡੇ ਆਪਸ਼ਨ ਹੈ ਕੈਲਸ਼ੀਅਮ ਸਲਫਾਈਡ, ਕੈਲਸ਼ੀਅਮ ਕਾਰਬਾਈਡ, ਕੈਲਸ਼ੀਅਮ ਕਾਰਬੋਨੇਟ ਜਾਂ ਫਿਰ ਕੈਲਸ਼ੀਅਮ ਕਲੋਰਾਈਡ। ਦਿੱਤੇ ਗਏ 4 ਆਪਸ਼ਨਾਂ ਦੇ ਵਿੱਚੋਂ ਜੋ ਆਪਾਂ ਨੂੰ ਸਹੀ ਉੱਤਰ ਇਸ ਕੁਐਸਚਨ ਦਾ ਦਿੱਤਾ ਗਿਆ ਉਹ ਦਿੱਤਾ ਗਿਆ ਕੈਲਸ਼ੀਅਮ ਕਾਰਬਾਈਡ। ਕੈਲਸ਼ੀਅਮ ਕਾਰਬਾਈਡ ਜੋ ਹੈ ਇਹ ਯੂਜ਼ ਕੀਤਾ ਜਾਂਦਾ ਹੈ ਮੈਂਗੋਜ਼ ਨੂੰ ਪਕਾਉਣ ਦੇ ਲਈ, ਅੰਬਾਂ ਨੂੰ ਪਕਾਉਣ ਦੇ ਲਈ। ਇਸ ਕੁਐਸਚਨ ਦਾ ਰਾਈਟ ਆਨਸਰ ਆਪਣੇ ਕੋਲ ਵੀ ਆਪਸ਼ਨ ਕੈਲਸ਼ੀਅਮ ਕਾਰਬਾਈਡ। ਮੋਸਟ ਇੰਪੋਰਟੈਂਟ ਕੁਐਸਚਨ, ਪੰਜਾਬ ਦੇ ਐਗਜ਼ਾਮ ਦੇ ਵਿੱਚ ਇਹ ਕੁਐਸਚਨ ਬਾਰ-ਬਾਰ ਰਿਪੀਟ ਹੁੰਦਾ ਹੈ, ਸੋ ਯਾਦ ਰੱਖਣਾ ਹੈ। ਨੈਕਸਟ ਕੁਐਸਚਨ ਆਪਣੇ ਕੋਲ 17 ਨੰਬਰ ਕੁਐਸਚਨ, ਦ ਕੈਪੀਟਲ ਆਫ ਦਾ ਮੌਰੀਅਨ ਕਿੰਗਡਮ ਵਾਜ਼ ਲੋਕੇਟਡ ਐਟ। ਜੋ ਕੈਪੀਟਲ ਹੈ ਮੌਰੀਅਨ ਕਿੰਗਡਮ ਦੀ, ਇਹ ਕੈਪੀਟਲ ਇਹਨਾਂ ਦੀ ਕਿੱਥੇ ਹੈ, ਰਾਜਧਾਨੀ ਇਹਨਾਂ ਦੀ ਕਿੱਥੇ ਸੀ। ਤੁਹਾਡੇ ਆਪਸ਼ਨ ਹੈ ਪਾਟਲੀਪੁੱਤਰ, ਵੈਸ਼ਾਲੀ, ਲੁੰਬਿਨੀ ਜਾਂ ਫਿਰ ਗਾਇਆ। ਜੋ ਮੌਰੀਅਨ ਕਿੰਗਡਮ ਸੀ ਇਸ ਦੀ ਜਿਹੜੀ ਰਾਜਧਾਨੀ ਸੀ ਉਹ ਇਹਨਾਂ ਦੇ ਦੁਆਰਾ ਬਣਾਈ ਗਈ ਸੀ ਪਾਟਲੀਪੁੱਤਰ ਨੂੰ। ਇਸ ਕੁਐਸਚਨ ਦਾ ਰਾਈਟ ਆਨਸਰ ਆਪਣੇ ਕੋਲ ਇਹ ਆਪਸ਼ਨ ਪਾਟਲੀਪੁੱਤਰ। ਨੈਕਸਟ ਕੁਐਸਚਨ ਆਪਣੇ ਕੋਲ 18 ਨੰਬਰ ਕੁਐਸਚਨ, ਵਟ ਇਜ਼ ਦ ਮੈਕਸਿਮਮ ਨੰਬਰ ਆਫ ਡੇਜ਼ ਆਫ ਇੰਪਲੋਇਮੈਂਟ ਆ ਰੂਰਲ ਪੂਅਰ ਵੁੱਡ ਗੈਟ ਅੰਡਰ ਮਨਰੇਗਾ। ਇੱਕ ਸਕੀਮ ਹੈ ਮਨਰੇਗਾ ਸਕੀਮ। ਆਪਾਂ ਨੂੰ ਪੁੱਛਿਆ ਗਿਆ ਹੈ ਇਸ ਦੇ ਵਿੱਚ ਜੋ ਰੁਜ਼ਗਾਰ ਹੈ ਰੂਰਲ ਪੂਅਰ ਲੋਕਾਂ ਨੂੰ ਉਹ ਕਿੰਨੇ ਦਿਨਾਂ ਦਾ ਮੈਕਸਿਮਮ ਰੁਜ਼ਗਾਰ ਇਸ ਦੇ ਵਿੱਚ ਮਿਲ ਸਕਦਾ ਹੈ। ਆਪਾਂ ਨੂੰ ਇਹ ਕੁਐਸਚਨ ਦੇ ਵਿੱਚ ਪੁੱਛਿਆ ਗਿਆ। ਤੁਹਾਡੇ ਆਪਸ਼ਨ ਹੈ 180 ਦਿਨ, 120 ਦਿਨ, 100 ਦਿਨ ਜਾਂ ਫਿਰ 90 ਦਿਨ। ਇਸ ਸਕੀਮ ਦੇ ਤਹਿਤ 100 ਡੇਜ਼ ਦਾ ਜਿਹੜਾ ਰੁਜ਼ਗਾਰ ਹੈ ਉਹ ਪੂਅਰ ਲੋਕਾਂ ਨੂੰ, ਗਰੀਬ ਲੋਕਾਂ ਨੂੰ ਦਿੱਤਾ ਜਾਏਗਾ। ਇਸ ਕੁਐਸਚਨ ਦਾ ਰਾਈਟ ਆਨਸਰ ਆਪਣੇ ਕੋਲ ਸੀ ਆਪਸ਼ਨ 100 ਡੇਜ਼। ਆਈ ਹੋਪ ਤੁਹਾਨੂੰ ਸਾਰਿਆਂ ਨੇ ਸਹੀ ਕੁਐਸਚਨ ਅਟੈਂਪਟ ਕੀਤਾ ਹੋਏਗਾ। ਨੈਕਸਟ ਕੁਐਸਚਨ ਆਪਣੇ ਕੋਲ 19 ਨੰਬਰ ਕੁਐਸਚਨ, ਵਟ ਆਰ ਗਿਲਟ ਐਜ਼ਡ ਸਿਕਿਉਰਿਟੀਜ਼। ਯਾਨੀ ਜੋ ਗਿਲਟ ਐਜ਼ਡ ਸਿਕਿਉਰਿਟੀਜ਼ ਨੇ ਇਹਨਾਂ ਦਾ ਮਤਲਬ ਕੀ ਹੈ। ਤੁਹਾਡੇ ਆਪਸ਼ਨ ਹੈ ਸਿਕਿਉਰਿਟੀਜ਼ ਇਸ਼ੂਡ ਬਾਏ ਦਾ ਮਲਟੀਨੈਸ਼ਨਲ ਕੰਪਨੀਜ਼, ਯਾਨੀ ਉਹ ਸਿਕਿਉਰਿਟੀਜ਼ ਜੋ ਕਿ ਮਲਟੀਨੈਸ਼ਨਲ ਕੰਪਨੀਜ਼ ਇਸ਼ੂ ਕਰਦੀਆਂ ਨੇ। ਸੈਕਿੰਡ ਆਪਸ਼ਨ ਹੈ ਆਪਣੇ ਕੋਲ ਸਿਕਿਉਰਿਟੀਜ਼ ਇਸ਼ੂਡ ਬਾਏ ਦਾ ਗਵਰਨਮੈਂਟ, ਜੋ ਸਰਕਾਰ ਦੁਆਰਾ ਇਸ਼ੂ ਕੀਤੀਆਂ ਜਾਂਦੀਆਂ ਨੇ। ਸਿਕਿਉਰਿਟੀਜ਼ ਇਸ਼ੂਡ ਬਾਏ ਦਾ ਪ੍ਰਾਈਵੇਟ ਸੈਕਟਰ, ਜੋ ਕਿ ਪ੍ਰਾਈਵੇਟ ਨਿੱਜੀ ਸੈਕਟਰ ਦੇ ਦੁਆਰਾ ਇਸ਼ੂ ਕੀਤੀਆਂ ਜਾਂਦੀਆਂ ਨੇ। ਲਾਸਟ ਆਪਸ਼ਨ ਆਪਣੇ ਕੋਲ 4th ਨੰਬਰ ਕੁਐਸਚਨ, ਸਿਕਿਉਰਿਟੀਜ਼ ਇਸ਼ੂਡ ਬਾਏ ਦਾ ਜੁਆਇੰਟ ਵੈਂਚਰ ਕੰਪਨੀਜ਼ ਆ, ਯਾਨੀ ਜੁਆਇੰਟ ਵੈਂਚਰ ਕੰਪਨੀਜ਼ ਹੁੰਦੀਆਂ ਨੇ ਜਿਹੜੀਆਂ ਉਹਨਾਂ ਦੇ ਦੁਆਰਾ ਇਸ਼ੂ ਕੀਤੀਆਂ ਜਾਂਦੀਆਂ ਨੇ ਸਿਕਿਉਰਿਟੀਜ਼। ਆਪਾਂ ਨੂੰ ਪੁੱਛਿਆ ਗਿਆ ਦਿੱਤੇ ਗਏ 4 ਆਪਸ਼ਨਾਂ ਦੇ ਵਿੱਚੋਂ ਇਸ ਕੁਐਸਚਨ ਦਾ ਰਾਈਟ ਆਨਸਰ ਆਪਣੇ ਕਿਹੜਾ ਹੈ। ਇਹ ਗਿਲਟ ਐਜ਼ ਸਿਕਿਉਰਿਟੀਜ਼ ਉਹ ਹੁੰਦੀਆਂ ਨੇ ਜੋ ਕਿ ਕਿਸੇ ਵੀ ਸਰਕਾਰ ਦੇ ਦੁਆਰਾ ਇਸ਼ੂ ਕੀਤੀਆਂ ਜਾਂਦੀਆਂ ਨੇ। ਇਸ ਕੁਐਸਚਨ ਦਾ ਰਾਈਟ ਆਨਸਰ ਆਪਣੇ ਕੋਲ ਸੀ ਆਪਸ਼ਨ ਸਿਕਿਉਰਿਟੀਜ਼ ਇਸ਼ੂਡ ਬਾਏ ਦਾ ਗਵਰਨਮੈਂਟ। ਨੈਕਸਟ ਕੁਐਸਚਨ ਆਪਣੇ ਕੋਲ 20th ਨੰਬਰ ਕੁਐਸਚਨ, 20 ਨੰਬਰ ਕੁਐਸਚਨ, ਹੂ ਅਪਾਇੰਟਸ ਦਾ ਮੈਂਬਰ ਆਫ ਦਾ ਸਟੇਟ ਪਬਲਿਕ ਸਰਵਿਸ ਕਮਿਸ਼ਨ। ਸਟੇਟ ਪਬਲਿਕ ਸਰਵਿਸ ਕਮਿਸ਼ਨ ਜਿਸ ਨੂੰ ਆਪਾਂ ਇਨ ਸ਼ੋਰਟ ਬੋਲਦੇ ਹਾਂ SPSC। ਆਪਾਂ ਨੂੰ ਪੁੱਛਿਆ ਗਿਆ ਹੈ ਇਸ ਦੇ ਵਿੱਚ ਜਿਹੜੇ ਮੈਂਬਰ ਹੁੰਦੇ ਨੇ ਉਹਨਾਂ ਨੂੰ ਕਿਸ ਦੇ ਦੁਆਰਾ ਅਪਾਇੰਟ ਕੀਤਾ ਜਾਂਦਾ ਹੈ। ਤੁਹਾਡੇ ਆਪਸ਼ਨ ਹੈ ਚੀਫ ਮਿਨਿਸਟਰ, ਮੁੱਖ ਮੰਤਰੀ, ਗਵਰਨਰ ਯਾਨੀ ਰਾਜਪਾਲ, ਚੀਫ ਜਸਟਿਸ ਯਾਨੀ ਮੁੱਖ ਨਿਆਇਧੀਸ਼ ਹੁੰਦੇ ਨੇ ਜਿਹੜੇ, ਔਰ ਲਾਸਟ ਆਪਸ਼ਨ ਹੈ ਆਪਣੇ ਕੋਲ ਉਪ ਰਾਸ਼ਟਰਪਤੀ, ਵਾਈਸ ਪ੍ਰੈਜ਼ੀਡੈਂਟ। ਇਸ ਕੁਐਸਚਨ ਦਾ ਜਿਹੜਾ ਰਾਈਟ ਆਨਸਰ ਦੇ ਰੱਖਿਆ ਆਪਾਂ ਨੂੰ ਉਹ ਦੇ ਰੱਖਿਆ ਆਪਾਂ ਨੂੰ ਬੀ ਆਪਸ਼ਨ ਗਵਰਨਰ, ਯਾਨੀ ਕਿਸੇ ਸਟੇਟ ਦਾ ਜਿਹੜਾ ਵੀ ਰਾਜਪਾਲ ਹੁੰਦਾ ਹੈ ਉਸ ਦੇ ਦੁਆਰਾ ਅਪਾਇੰਟ ਕੀਤਾ ਜਾਂਦਾ ਹੈ ਸਟੇਟ ਪਬਲਿਕ ਸਰਵਿਸ ਕਮਿਸ਼ਨ ਦੇ ਸਾਰੇ ਮੈਂਬਰਾਂ ਨੂੰ ਔਰ ਚੇਅਰਮੈਨ ਨੂੰ। ਇਸ ਤੋਂ ਇਲਾਵਾ ਅਗਰ ਗੱਲ ਕਰੀਏ ਸੈਂਟਰਲ ਲੈਵਲ ਤੇ ਕੌਣ ਹੁੰਦਾ ਹੈ, UPSC ਹੁੰਦਾ ਹੈ। UPSC ਦੇ ਜਿਹੜੇ ਮੈਂਬਰ ਹੁੰਦੇ ਨੇ, ਚੇਅਰਮੈਨ ਵਗੈਰਾ ਹੁੰਦੇ ਨੇ, ਇਹਨਾਂ ਨੂੰ ਕੌਣ ਅਪਾਇੰਟ ਕਰਦਾ ਹੈ, ਪ੍ਰੈਜ਼ੀਡੈਂਟ, ਰਾਸ਼ਟਰਪਤੀ। ਇਹ ਵੀ ਤੁਸੀਂ ਯਾਦ ਰੱਖੋ, ਇਹ ਵੀ ਕਾਫੀ ਪੁੱਛਦੇ ਨੇ ਐਗਜ਼ਾਮ ਦੇ ਵਿੱਚ। UPSC ਦੇ ਜਿਹੜੇ ਮੈਂਬਰ ਹੁੰਦੇ ਨੇ ਇਹਨਾਂ ਨੂੰ ਕਿਸ ਦੇ ਦੁਆਰਾ ਅਪਾਇੰਟ ਕੀਤਾ ਜਾਂਦਾ ਹੈ, ਉਹ ਕੀਤਾ ਜਾਂਦਾ ਹੈ ਰਾਸ਼ਟਰਪਤੀ ਦੇ ਦੁਆਰਾ। ਇਹ ਵੀ ਤੁਸੀਂ ਯਾਦ ਰੱਖੋ। ਪੰਜਾਬ ਦੇ ਗਵਰਨਰ ਕੌਣ ਨੇ, ਪੰਜਾਬ ਦੇ ਜਿਹੜੇ ਗਵਰਨਰ ਨੇ ਉਹਨੇ VP ਸਿੰਘ ਬਦਨੌਰ, VP ਸਿੰਘ ਬਦਨੌਰ, ਇਹ ਯਾਦ ਰੱਖੋ। ਔਰ ਨੈਕਸਟ ਕੁਐਸਚਨ ਕੀ ਹੈ ਆਪਣੇ ਕੋਲ, ਪ੍ਰੈਜ਼ੀਡੈਂਟ ਕੌਣ ਨੇ ਆਪਣੇ, ਰਾਸ਼ਟਰਪਤੀ ਕੌਣ ਨੇ, ਰਾਮਨਾਥ ਕੋਵਿੰਦ। ਰਾਮਨਾਥ ਕੋਵਿੰਦ ਉਹ ਇੰਡੀਆ ਦੇ 14th ਪ੍ਰੈਜ਼ੀਡੈਂਟ ਨੇ। ਰਾਮਨਾਥ ਕੋਵਿੰਦ ਨੇ ਜਿਹੜੇ ਇੰਡੀਆ ਦੇ 14th ਪ੍ਰੈਜ਼ੀਡੈਂਟ ਨੇ। ਔਰ ਵਾਈਸ ਪ੍ਰੈਜ਼ੀਡੈਂਟ ਕੌਣ ਨੇ ਇੰਡੀਆ ਦੇ, ਵੈਂਕਈਆ ਨਾਇਡੂ, ਵੈਂਕਈਆ ਨਾਇਡੂ, ਇਹ ਵੀ ਤੁਸੀਂ ਯਾਦ ਰੱਖੋ। ਔਰ ਇਹ ਇੰਡੀਆ ਦੇ 13th ਵਾਈਸ ਪ੍ਰੈਜ਼ੀਡੈਂਟ ਨੇ। ਔਰ ਜਿਹੜੇ ਵਾਈਸ ਪ੍ਰੈਜ਼ੀਡੈਂਟ ਹੁੰਦੇ ਨੇ ਇਹ ਐਕਸ ਆਫੀਸ਼ੀਓ ਚੇਅਰਮੈਨ ਹੁੰਦੇ ਨੇ ਰਾਜ ਸਭਾ ਦੇ। ਇਹ ਵੀ ਕਾਫੀ ਪੁੱਛਦੇ ਨੇ ਐਗਜ਼ਾਮ ਦੇ ਵਿੱਚ। ਰਾਜ ਸਭਾ ਦੇ ਜਿਹੜੇ ਐਕਸ ਆਫੀਸ਼ੀਓ ਚੇਅਰਮੈਨ ਹੁੰਦੇ ਨੇ ਉਹ ਹੁੰਦੇ ਨੇ ਦੇਸ਼ ਦੇ ਉਪ ਰਾਸ਼ਟਰਪਤੀ, ਇਹ ਯਾਦ ਰੱਖੋ। ਔਰ ਪ੍ਰੈਜ਼ੀਡੈਂਟ ਔਰ ਵਾਈਸ ਪ੍ਰੈਜ਼ੀਡੈਂਟ ਬਣਨ ਲਈ ਜਿਹੜੀ ਏਜ ਚਾਹੀਦੀ ਆ ਉਹ ਚਾਹੀਦੀ ਆ 35 ਸਾਲ ਦੀ, ਇਹ ਤੁਸੀਂ ਯਾਦ ਰੱਖੋ। ਔਰ ਜੋ ਆਪਣੇ ਕੋਲ ਰਾਜ ਸਭਾ ਦੇ ਮੈਂਬਰ ਹੁੰਦੇ ਨੇ ਇਹਨਾਂ ਨੂੰ ਅਪਾਇੰਟ ਕਰਨ ਦੇ ਲਈ ਜਿਹੜੀ ਏਜ ਚਾਹੀਦੀ ਆਪਾਂ ਨੂੰ ਉਹ ਚਾਹੀਦੀ ਆ 30 ਸਾਲ। ਔਰ ਲੋਕ ਸਭਾ ਦਾ ਮੈਂਬਰ ਬਣਨ ਲਈ ਆਪਾਂ ਨੂੰ ਏਜ ਚਾਹੀਦੀ ਆ 25 ਸਾਲ। ਇਹ ਏਜ ਵੀ ਕਾਫੀ ਪੁੱਛਦੇ ਨੇ ਐਗਜ਼ਾਮ ਦੇ ਵਿੱਚ, ਇਹ ਵੀ ਤੁਸੀਂ ਯਾਦ ਰੱਖਣਾ ਹੈ। ਇਸ ਤੋਂ ਇਲਾਵਾ ਜਿਹੜਾ ਰਾਜ ਸਭਾ ਹੁੰਦੀ ਹੈ ਇਸ ਨੂੰ ਆਪਾਂ ਅਪਰ ਹਾਊਸ ਵੀ ਬੋਲਦੇ ਹਾਂ, ਔਰ ਜਿਹੜੀ ਲੋਕ ਸਭਾ ਹੁੰਦੀ ਹੈ ਇਹਨੂੰ ਆਪਾਂ ਲੋਅਰ ਹਾਊਸ ਵੀ
ਬੋਲਦੇ ਹਾਂ। ਇਹ ਵੀ ਤੁਸੀਂ ਯਾਦ ਰੱਖੋ। ਔਰ ਇੱਕ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਜਿਹੜੀ ਰਾਜ ਸਭਾ ਹੁੰਦੀ ਹੈ ਇਸ ਦੇ ਜਿਹੜੇ ਮੈਂਬਰ ਹੁੰਦੇ ਨੇ ਇਹਨਾਂ ਦਾ ਟੈਨਿਓਰ ਕਿੰਨਾ ਹੁੰਦਾ ਹੈ। ਇਹਨਾਂ ਦਾ ਜਿਹੜਾ ਟੈਨਿਓਰ ਹੁੰਦਾ ਉਹ ਹੁੰਦਾ 6 ਸਾਲਾਂ ਦਾ। ਇਸ ਦੇ ਵਿੱਚ ਕਿਉਂਕਿ 1/3 ਮੈਂਬਰ ਹੁੰਦੇ ਨੇ ਜਿਹੜੇ ਉਹ ਹਰ 2 ਸਾਲਾਂ ਬਾਅਦ ਨੇ ਜਿਹੜੇ ਰਿਟਾਇਰ ਹੁੰਦੇ ਨੇ, ਇਹ ਯਾਦ ਰੱਖੋ। ਔਰ ਜਿਹੜੇ ਲੋਕ ਸਭਾ ਦੇ ਮੈਂਬਰ ਹੁੰਦੇ ਨੇ ਇਹਨਾਂ ਨੂੰ 5 ਸਾਲ ਦੇ ਲਈ ਅਪੁਆਇੰਟ ਕੀਤਾ ਜਾਂਦਾ ਹੈ। ਲੋਕ ਸਭਾ ਦੇ ਮੈਂਬਰ 5 ਸਾਲਾਂ ਲਈ, ਰਾਜ ਸਭਾ ਦੇ ਮੈਂਬਰ 6 ਸਾਲਾਂ ਲਈ, 1/3 ਮੈਂਬਰ ਨੇ ਜਿਹੜੇ ਹਰ 2 ਸਾਲਾਂ ਦੇ ਬਾਅਦ ਰਿਟਾਇਰਮੈਂਟ ਹੁੰਦੇ ਨੇ। ਇਹ ਸਾਰੇ ਫੈਕਟ ਇੰਪੋਰਟੈਂਟ ਨੇ, ਯਾਦ ਰੱਖੋ। ਇਹ ਕੁਐਸਚਨ ਤੁਹਾਡੇ ਲਈ ਹੈ ਜਿਸ ਦਾ ਆਨਸਰ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਜ਼ਰੂਰ ਦੱਸਣਾ ਹੈ। ਗੰਗਾ ਇਜ਼ ਦਾ ਰਿਜ਼ਲਟ ਆਫ ਕॉन्फ्लुएंस ऑफ रिवर्स भागीरथी एंड अलकनंदा एट विच प्लेस। यानी गंगा रिवर जो है यह कॉन्फ्लुएंस पॉइंट है भागीरथी और अलकनंदा का। यह दोनों रिवर्स कित्थे मिलदियां ने और गंगा का उत्थों निर्माण होंदा है। आपां नूं पुछया गया यह किहड़े प्लेस के उपर मिलदियां ने। तुहाडे ऑप्शन देव प्रयाग, कर्ण प्रयाग, रुद्र प्रयाग या फिर गंगोत्री। आंसर तुसीं मैनूं कमेंट बॉक्स ਵਿੱਚ लिख के जरूर दसना है। सो ये सारे इंपोर्टेंट क्वेश्चन 20+ क्वेश्चन ਆਪਾਂ इस वीडियो ਵਿੱਚ डिस्कस ਕੀਤੇ ਨੇ डिटेल ਦੇ ਵਿੱਚ। अगर ਤੁਹਾਨੂੰ ਇਹ सीरीज़ ਵਧੀਆ ਲੱਗੇ ਤਾਂ ਇਸ सीरीज़ ਨੂੰ ज़्यादा ਤੋਂ ज़्यादा ਆਪਣੇ फ्रेंड्स ਦੇ ਨਾਲ शेयर जरूर करो ਤਾਂ कि जो भी स्टूडेंट्स पटवारी, ਜ਼ਿਲ੍ਹਾਦਾਰ, ਨਾਇਬ ਤਹਿਸੀਲਦਾਰ एग्जाम की तैयारी कर रहे हैं ਉਹਨਾਂ तक इस सीरीज़ की रिकमेंडेशन पहुँच सके। इस तो इलावा ਤੁਸੀਂ अगर कोई स्टूडेंट परचेज करना चाਹੁੰਦਾ ਹੈ नोट्स पंजाब पटवारी ਦੇ रिलेटेड, ਇਹ भी ਤੁਸੀਂ ਦੱਸਿਆ ਗਿਆ ਸੀ। ਇਸ ਦਾ ਜਿਹੜਾ ਰਾਈਟ ਆਨਸਰ ਆਪਣੇ ਕੋਲ ਇਹ ਲਾਸਟ ਵੀਡੀਓ ਦੇ ਵਿੱਚ ਪੁੱਛਿਆ ਗਿਆ ਸੀ, ਓਨਲੀ ਪ੍ਰੈਜ਼ੀਡੈਂਟ ਕੌਣ ਨੇ ਇੰਡੀਆ ਦੇ ਜਿਨ੍ਹਾਂ ਨੂੰ ਅਨਅਪੋਜ਼ਡ ਇਲੈਕਟ ਕੀਤਾ ਗਿਆ ਸੀ। ਇਸ ਦਾ ਆਨਸਰ ਤੁਹਾਨੂੰ ਸਾਰਿਆਂ ਨੇ ਦੱਸਿਆ ਸੀ। ਇਸ ਦਾ ਆਨਸਰ ਆਪਣੇ ਕੋਲ ਨੀਲਮ ਸੰਜੀਵਾ ਰੈੱਡੀ। ਇਸ ਦਾ ਸਾਰੇ ਸਟੂਡੈਂਟਸ ਦੇ ਦੁਆਰਾ ਲਗਭਗ ਸਹੀ ਉੱਤਰ ਦਿੱਤਾ ਗਿਆ ਸੀ। ਇਸ ਕੁਐਸਚਨ ਦਾ ਰਾਈਟ ਆਨਸਰ ਆਪਣੇ ਕੋਲ ਸਹੀ ਆਪਸ਼ਨ ਨੀਲਮ ਸੰਜੀਵਾ ਰੈੱਡੀ। ਇਸ ਤੋਂ ਇਲਾਵਾ ਤੁਹਾਨੇ ਪੰਜਾਬ ਪਟਵਾਰੀ ਦੇ ਨੋਟਸ ਨੂੰ ਬਹੁਤ ਜ਼ਿਆਦਾ ਰਿਸਪੌਂਸ ਦਿੱਤਾ, ਉਸ ਲਈ ਬਹੁਤ ਬਹੁਤ ਧੰਨਵਾਦ। जिस तरह का तुहानू रिस्पॉन्स दिता है उस अकॉर्डिंग तुहानू इस दे विच जिहड़ी क्वालिटी आ प्रोवाइड की जा रही है इन्हां स्पैशल नोट्सां दे विच। अगर कोई स्टूडेंट परचेज करना चाहता है, वैसे तो सारे स्टूडेंट्स ने लगभग परचेज कर ले, अगर कोई स्टूडेंट रह गया हले भी तो वह परचेज कर सकता है। इस दे विच सारे जिहड़े सबजैक्ट ने कवर किए जा रहे हैं। कंप्यूटर IT अकॉर्डिंग टू न्यू सिलेबस, जनरल नॉलेज न्यू सिलेबस के अकॉर्डिंग, क्योंकि इसका जो पैटर्न है वो चेंज नहीं होंदा। जो GK होंदा है इस दे विच जिहड़े सबजैक्ट होंदे ने सारे कॉन्सटेंट रहिंदे ने। इस दे विच कुछ भी ये जिहड़ा है चेंज नहीं कर सकते। मॉडर्न हिस्टरी, इंडियन पॉलिटी, जोग्राफी, इकोनॉमी, बायोलॉजी ये सारे सबजैक्ट कवर किए गए हैं। और 20 नंबर तुहाडे पेपर दे विच GK पूछी जाएगी। पंजाबी व्याकरण, मैंसुरेशन प्लस मैथ, एग्रीकल्चर और यह टोटल जो 85 नंबर का जो मटीरियल है तुहानू प्रोवाइड किया जाएगा पंजाब IQ टीम के द्वारा स्पैशल नोट्सां के माध्यम नाल। अगर कोई स्टूडेंट परचेज करना रह गया है तो वह परचेज कर सकता है। इन्हां जी फीस रखी गई है, ये अगर तुसी 65 नंबर का जो मटीरियल है वो परचेज करना चाहते हो तो उसकी फीस रखी गई है वो रखी गई है ओनली 1000 रुपया। अगर कोई स्टूडेंट परचेज करना चाहता है तो कर सकता है। इस तो इलावा अगर कोई स्टूडेंट GK दे भी नाल लेना चाहता है जिस दे विच मॉडर्न हिस्टरी, इंडियन पॉलिटी, जोग्राफी, इकोनॉमी, बायोलॉजी ये जिहड़े टॉपिक ने कवर किए गए हैं डिटेल दे विच 20 नंबर का जो मार्क्स ने ये कवर किए गए हैं। और ये टोटल मार्क्स कवर किए जा रहे हैं इन्होंने नोट्सां दे विच 85 नंबर। और इन्हों की कीमत रखी गई है वो रखी गई है 2000 रुपये। 1000 रुपया GK का, बाकी का 1000 रुपया, यानी टोटल हो गया 2000। और अगर कोई स्टूडेंट परचेज करना चाहता है तो कर सकता है। इस दे विच तुहानू 10% डिस्काउंट भी दिता जाएगा। और ये जिहड़े तुहानू PDF फॉर्मेट दे विच नोट्स सेंड होणगे स्पैशल नोट्स, और इन्हां दी जिहड़ी कीमत है वो है 1800 रुपये। 1800 रुपये दे विच ये सारे स्पैशल नोट्स तुहानू PDF फॉर्मेट दे विच इंग्लिश, बेसिक इंग्लिश लैंग्वेज दे विच ने जिहड़े प्रोवाइड किए जाएंगे। ठीक है। इस तो इलावा अगर कोई स्टूडेंट लेना चाहता है तो वह इसके उपर गूगल पे, फोन पे, पेटीएम वगैरह यूज़ करके पेमेंट सेंड करके स्क्रीनशॉट सेंड करके इस नंबर के उपर 7009868826 इसके उपर स्क्रीनशॉट सेंड कर सकता है। जदों तुसीं स्क्रीनशॉट सेंड कर दोगे उस तो 1 घंटा बाद यानी 1 आवर बाद तुहानूं जिहड़े ये नोट्स ने पंजाब IQ टीम के द्वारा सेंड कर दिए जाएंगे। अगर कोई स्टूडेंट गूगल पे, फोन पे वगैरह यूज़ नहीं करता तो इत्थे अकाउंट नंबर भी मैंशन किया गया है, इस दे विच भी तुसीं जिहड़ी ट्रांजैक्शन कर सकते हो। सो इस वीडियो में बस इन्ना ही, मिलते हैं नैक्सट वीडियो में। यह सैट नंबर 2 तुहानूं किदां दा लग्या तुसीं मैनूं कमेंट बॉक्स में लिख के जरूर दस्सिओ। सो इस वीडियो में बस इन्ना ही, मिलते हैं नैक्सट वीडियो में। अगर तुसीं इस सीरीज़ की PDF डाउनलोड करना चाहते हो तो तुसीं साडा टैलीग्राम चैनल पंजाब IQ ज्वाइन कर सकते हो। उस टैलीग्राम चैनल के उपर डेली बेस के उपर जिहड़े PDFs ने वो तुहानूं बिल्कुल फ्री ऑफ कॉस्ट के अवेलेबल करवाइयां जा रही हैं। सो इस वीडियो में बस इन्ना ही, मिलते हैं नैक्सट वीडियो में। सो थैंक्स फॉर वॉचिंग, टेक केयर, गुड बाय, गॉड ब्लेस यू ऑल, कीप सपोर्टिंग पंजाब IQ।